ਹੈਲੋ ਗਾਇਜ਼ ਵੈਲਕਮ ਟੂ ਏਸ ਇੰਗਲਿਸ਼ ਅਕੈਡਮੀ। ਅੱਜ ਆਪਾਂ ਸਿੱਖਾਂਗੇ ਵੋਕੈਬਲਰੀ ਰਿਲੇਟਡ ਟੂ ਇਨਵਾਇਰਨਮੈਂਟ। ਇਹ ਪਾਰਟ 2 ਹੈ। ਮੈਂ ਪਾਰਟ 1 ਵੀ ਬਣਾਇਆ ਜਿਹਦੇ ਵਿੱਚ ਬਹੁਤ ਸਾਰੇ ਵਰਡਸ ਆਪਾਂ ਕਵਰ ਕੀਤੇ ਹੈ ਰਿਲੇਟਡ ਟੂ ਇਨਵਾਇਰਨਮੈਂਟ। ਤਾਂ ਅੱਜ ਆਪਾਂ ਸਟਾਰਟ ਕਰਦੇ ਹਾਂ ਆਪਣਾ ਫਰਸਟ ਵਰਡ ਦੈਟ ਇਜ਼ ਸਸਟੇਨੇਬਲ ਡਿਵੈਲਪਮੈਂਟ। ਅਗਰ ਤੁਹਾਨੂੰ ਮੇਰੀ ਵੀਡੀਓਜ਼ ਦਾ ਕੰਟੈਂਟ ਅੱਛਾ ਲੱਗਦਾ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਇੱਦਾਂ ਦੀ ਵੀਡੀਓ ਹੋਰ ਪਾਵਾਂ। ਤਾਂ ਸਸਟੇਨੇਬਲ ਡਿਵੈਲਪਮੈਂਟ ਹੁੰਦਾ ਹੈ ਡਿਵੈਲਪਮੈਂਟ ਜਿਹਦੇ ਵਿੱਚ ਆਪਾਂ ਇਨਵਾਇਰਨਮੈਂਟ ਨੂੰ ਨੁਕਸਾਨ ਪਹੁੰਚਾਏ ਬਿਨਾਂ ਪ੍ਰੋਗਰੈਸ ਦੀ ਤਰਫ ਜਾਈਏ। ਤਾਂ ਇਹਦੇ ਨਾਲ ਰਿਲੇਟਡ ਇੱਕ ਵਰਡ ਹੈ ਦੈਟ ਇਜ਼ ਮੇਨਟੇਨੇਬਲ ਪ੍ਰੋਗਰੈਸ। ਇਹ ਵੀ ਇਸ ਦਾ ਸਿਨੋਨਿਮ ਹੈ। ਤਾਂ ਨੈਕਸਟ ਹੈ ਕੈਟਾਸਟ੍ਰੋਫਿਕ ਐਂਡ ਡੇਂਜਰਸ। ਕੋਈ ਵੀ ਚੀਜ਼ ਖਤਰਨਾਕ ਹੈ ਤਾਂ ਉਸਨੂੰ ਕੈਟਾਸਟ੍ਰੋਫਿਕ ਤੇ ਡੇਂਜਰਸ ਕਹਿ ਸਕਦੇ ਹਾਂ। ਨਾਲ ਹਾਰਮਫੁਲ, ਡੈਲੀਟੇਰੀਅਸ, ਲੀਗਲ ਐਂਡ ਡਿਜ਼ਾਸਟਰਸ। ਇਹ ਕਿਸੇ ਵੀ ਚੀਜ਼ ਦੇ ਇੰਪੈਕਟ ਹੋ ਸਕਦੇ ਨੇ। ਆਪਾਂ ਜ਼ਰੂਰੀ ਨਹੀਂ ਐਸੇ ਦੇ ਰਿਗਾਰਡਿੰਗ ਹੀ ਆਪਾਂ ਇਨਵਾਇਰਨਮੈਂਟ ਰਿਗਾਰਡਿੰਗ ਹੀ ਯੂਜ਼ ਕਰ ਸਕਦੇ ਹਾਂ। ਬਹੁਤ ਜਗ੍ਹਾ 'ਤੇ ਜਦੋਂ ਪ੍ਰੋਬਲਮ ਐਂਡ ਸੋਲਿਊਸ਼ਨਸ ਐਸੇ ਦੀ ਗੱਲ ਕਰਦੇ ਹਾਂ ਆਪਾਂ ਤਾਂ ਕਿਸੇ ਚੀਜ਼ ਦੀਆਂ ਪ੍ਰੋਬਲਮ ਹੈ ਵੀ ਉਹਦੇ ਬਹੁਤ ਖਤਰਨਾਕ ਇੰਪੈਕਟ ਹੁੰਦੇ ਨੇ ਹਿਊਮਨ ਲਾਈਫ 'ਤੇ, ਕਿਸੇ ਵੀ ਚੀਜ਼ ਇਨਵਾਇਰਨਮੈਂਟ 'ਤੇ ਹੋ ਸਕਦੇ ਹੈ, ਠੀਕ ਹੈ, ਓਸ਼ਨ 'ਤੇ ਹੋ ਸਕਦੇ ਹੈ। ਤਾਂ ਉਸਨੂੰ ਆਪਾਂ ਇਸ ਕੰਟੈਕਸਟ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਕਿਸੇ ਵੀ ਚੀਜ਼ ਦਾ ਨੈਗੇਟਿਵ ਇੰਪੈਕਟ ਨਹੀਂ, ਉੱਥੇ ਆਪਾਂ ਇਸ ਇਹਨਾਂ ਵਰਡਸ ਨੂੰ 6 ਦੇ 6 ਵਰਡਸ ਨੂੰ ਇੱਕ ਦੂਸਰੇ ਦੇ ਸਿਨੋਨਿਮ ਤੌਰ 'ਤੇ ਯੂਜ਼ ਕਰ ਸਕਦੇ ਹਾਂ। ਦੂਸਰਾ ਹੈ ਤੀਸਰਾ ਇੰਪੈਕਟ, ਇਫੈਕਟ ਐਂਡ ਅਫੈਕਟ। ਇਹ ਤਿੰਨੋਂ ਵਰਡ ਜੋ ਹੈ ਆਪਾਂ ਕਿਸੇ ਵੀ ਚੀਜ਼ ਦੇ ਪ੍ਰਭਾਵ ਲਈ ਯੂਜ਼ ਕਰਦੇ ਹਾਂ। ਪਰ ਜਿਹੜਾ ਅਫੈਕਟ ਤੇ ਇਫੈਕਟ ਵਰਡ ਹੈ ਜ਼ਿਆਦਾਤਰ ਬੱਚੇ ਨੈਗੇਟਿਵ ਗਲਤ ਯੂਜ਼ ਕਰਦੇ ਆ ਕਿਉਂਕਿ ਇਫੈਕਟ ਜੋ ਹੈ ਇਹ ਨਾਊਨ ਹੈ ਤੇ ਜਿਹੜਾ ਅਫੈਕਟ ਹੈ ਉਹ ਵਰਬ ਹੈ। ਜਿਵੇਂ ਇਟ ਹੈਜ਼ ਨੈਗੇਟਿਵ ਇੰਪੈਕਟ, ਇਟ ਇੰਪੈਕਟਸ ਨੈਗੇਟਿਵਲੀ। ਹੁਣ ਜਿਹਨੂੰ ਵੀ ਕਰਨਾ ਹੈ ਉਹਦੇ ਡਿਪੈਂਡ ਕਰਦਾ। ਜਿਵੇਂ ਇਟ ਇੰਪੈਕਟਸ ਦਾ ਇਨਵਾਇਰਨਮੈਂਟ ਨੈਗੇਟਿਵਲੀ, ਇੱਥੇ ਇੰਪੈਕਟਸ ਜਾਂ ਅਫੈਕਟਸ ਇੱਥੇ ਵਰਡ ਯੂਜ਼ ਕਰਾਂਗੇ। ਜਿਹੜਾ ਇੰਪੈਕਟ ਹੈ ਇਹ ਨਾਊਨ ਵੀ ਹੈ ਤੇ ਵਰਬ ਵੀ ਹੈ। ਇਹਨੂੰ ਕਿਸੇ ਵੀ ਕੰਟੈਕਸਟ ਯੂਜ਼ ਕਰ ਸਕਦੇ ਹਾਂ ਪਰ ਇਫੈਕਟ ਜੋ ਹੈ ਇਹ ਨਾਊਨ ਹੀ ਹੈ ਤੇ ਇਹਨੂੰ ਹੈਵ ਨਾਲ ਹੀ ਆਪਾਂ ਯੂਜ਼ ਕਰਦੇ ਹਾਂ। ਇਟ ਹੈਜ਼ ਇੰਪੈਕਟ ਔਰ ਇਫੈਕਟ ਸੌਰੀ। ਤਾਂ ਇੰਪ੍ਰੈਸ਼ਨ ਵਰਡ ਹੈ, ਇਹ ਵੀ ਆਪਾਂ ਪ੍ਰਭਾਵ ਵਾਸਤੇ ਯੂਜ਼ ਕਰਦੇ ਹਾਂ ਔਰ ਇਨਫਲੂਐਂਸ ਵੀ ਇੱਕ ਪ੍ਰਭਾਵ ਵਾਸਤੇ ਯੂਜ਼ ਕਰਦੇ ਹਾਂ ਪਰ ਇਹ ਡਿਫਰੈਂਟ ਕੰਟੈਕਸਟ ਯੂਜ਼ ਹੁੰਦਾ ਹੈ। ਤਾਂ ਇਸ ਨੂੰ ਉਸ ਅਲੱਗ-ਅਲੱਗ ਕੰਟੈਕਸਟ ਦੇ ਵਿੱਚ ਯੂਜ਼ ਕਰਨਾ ਸਿੱਖਣਾ ਜ਼ਰੂਰੀ ਹੈ। ਔਰ ਜਿਵੇਂ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਇਹ ਪ੍ਰਭਾਵ ਦੀ ਗੱਲ ਹੀ ਹੈ ਕਿ ਪਹਿਲਾ ਪ੍ਰਭਾਵ ਜੋ ਬੰਦਾ ਪਾਉਂਦਾ ਉਹ ਬਹੁਤ ਹੀ ਇੰਪੋਰਟੈਂਟ ਹੁੰਦਾ ਹੈ। ਇਨਫਲੂਐਂਸ ਜਿਵੇਂ ਲੋਕਾਂ ਨੂੰ ਇਨਫਲੂਐਂਸ ਕੀਤਾ ਜਾ ਸਕਦਾ, ਮਤਲਬ ਪ੍ਰਭਾਵਿਤ ਕੀਤਾ ਜਾ ਸਕਦਾ, ਠੀਕ ਹੈ। ਪੀਪਲ ਕੈਨ ਬੀ ਇਨਫਲੂਐਂਸਡ। ਕੰਬੈਟ, ਡੀਲ ਵਿਦ ਪ੍ਰੋਬਲਮ, ਮਿਟੀਗੇਟ। ਮਿਟੀਗੇਟ ਹੁੰਦਾ ਘਟਾਉਣਾ, ਰਿਡਿਊਸ ਕਰਨਾ ਕਿਸੇ ਵੀ ਚੀਜ਼ ਨੂੰ। ਕੰਬੈਟ ਜਾਂ ਡੀਲ ਕਰਨਾ ਕਿਸੇ ਚੀਜ਼ ਨਾਲ ਲੜਨਾ, ਆਪਾਂ ਉਸਨੂੰ ਸੁਧਾਰਨਾ। ਓਵਰਕਮ ਵਰਡ ਵੀ ਯੂਜ਼ ਕਰ ਸਕਦੇ ਹੋ, ਉਸ ਚੀਜ਼ ਤੋਂ ਬਾਹਰ ਆਉਣਾ। ਇਹ ਸਾਰੇ ਵਰਡ ਤੁਸੀਂ ਯੂਜ਼ ਕਰ ਸਕਦੇ ਹੋ। ਟੈਕਲ ਦਾ ਸਿਚੁਏਸ਼ਨ, ਫਾਈਂਡ ਸੋਲਿਊਸ਼ਨ, ਕਰਵ ਦਾ ਮਿਨਾਂਸ। ਮਿਨਾਂਸ ਇੱਕ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ, ਉਸ ਨੂੰ ਆਪਾਂ ਮਿਨਾਂਸ ਕਹਿ ਦਿੰਦੇ ਹਾਂ। ਇੱਥੇ ਇੱਕ ਵਰਡ ਹੋਰ ਯੂਜ਼ ਕਰ ਸਕਦੇ ਹੋ ਪ੍ਰੋਬਲਮ ਵਾਸਤੇ, ਕ੍ਰਾਈਸਿਸ, CRISIS, ਠੀਕ ਹੈ। ਟੂ ਡੀਲ ਵਿਦ ਦਿਸ ਕ੍ਰਾਈਸਿਸ। ਮੈਲਿਊਰੇਟ ਦਾ ਸਿਚੁਏਸ਼ਨ, ਮੈਲਿਊਰੇਟ ਵੀ ਸੁਧਾਰਨਾ, ਠੀਕ ਹੈ। ਤਾਂ ਸਿਚੁਏਸ਼ਨ ਨੂੰ ਸੁਧਾਰਨ ਵਾਸਤੇ ਇਹ ਵਰਡ ਇੱਕ ਦੂਜੇ ਦੇ ਸਿਨੋਨਿਮਸ ਹੈ। ਕੰਬੈਟ, ਡੀਲ, ਮਿਟੀਗੇਟ, ਟੈਕਲ, ਕਰਵ, ਮੈਲਿਊਰੇਟ, ਠੀਕ ਹੈ। ਨੈਕਸਟ ਹੈ ਰੀਸਟੋਰ ਦਾ ਇਨਵਾਇਰਨਮੈਂਟ। ਇਨਵਾਇਰਨਮੈਂਟ ਨੂੰ ਆਪਾਂ ਰੀਸਟੋਰ ਕਰਨਾ। ਰੀਸਟੋਰ ਕਰਨਾ ਮਤਲਬ ਉਹਦੀ ਪੁਰਾਣੀ ਸਟੇਟ 'ਚ ਲੈ ਕੇ ਜਾਣਾ, ਜਿਵੇਂ ਪਹਿਲਾਂ ਸੀ ਉਸੇ ਤਰੀਕੇ ਉਸ ਨੂੰ ਸੁਧਾਰਨਾ। ਡਾਇਮਿਨਿਸ਼, ਡਿਗਰੇਡੇਸ਼ਨ। ਜਿਹੜੀ ਆਪਾਂ ਡਿਗਰੇਡੇਸ਼ਨ ਕਰ ਰਹੇ ਹਾਂ ਉਹਨੂੰ ਘਟਾਉਣਾ, ਮਤਲਬ ਪੋਲਿਊਸ਼ਨ ਵਗੈਰਾ ਕਰ ਰਹੇ ਹਾਂ, ਇਨਵਾਇਰਨਮੈਂਟ ਨੂੰ ਡਿਗਰੇਡ ਕਰ ਰਹੇ ਹਾਂ ਤਾਂ ਉਸ ਨੂੰ ਘਟਾਉਣਾ। ਅੱਗੇ ਡਿਸਟਰੋਏ, ਰੂਨ ਔਰ ਡਿਵਾਸਟੇਟ। ਇਹਦਾ ਮਤਲਬ ਹੁੰਦਾ ਤਬਾਹ ਕਰਨਾ ਜਾਂ ਡਿਸਟਰੋਏ ਕਰਨਾ, ਵਿਨਾਸ਼ ਕਰਨਾ, ਠੀਕ ਹੈ। ਤਾਂ ਵਰਡ ਯੂਜ਼ ਕਰ ਸਕਦੇ ਹੋ ਤੁਸੀਂ ਜਿੱਥੇ ਵੀ, ਮਤਲਬ ਇਹ ਡਿਸਟਰੋਏ ਕਰ ਦਿੰਦਾ ਆਪਣੇ, ਜਿਵੇਂ ਹਿਊਮਨ ਕੀ ਕਰ ਰਿਹਾ, ਡਿਸਟਰੋਏ ਕਰ ਰਹੇ ਹੈ ਹੈਬਿਟੇਟ ਆਫ ਵਾਈਲਡ ਐਨੀਮਲਸ ਬਾਏ ਡਿਫੋਰੈਸਟੇਸ਼ਨ, ਠੀਕ ਹੈ। ਸਟੈਪਸ ਨੂੰ ਕੀ ਕੁਝ ਕਹਿ ਸਕਦੇ ਹੋ ਵੀ ਇਹ ਸਟੈਪਸ ਚੱਕੇ ਜਾ ਸਕਦੇ ਆ ਤਾਂ ਸਟੈਪਸ ਬਾਰ-ਬਾਰ ਨਹੀਂ ਆਪਾਂ ਕਹਿਣਾ। ਸਟੈਪਸ ਨੂੰ ਆਪਾਂ ਮੈਜ਼ਰਸ ਕਹਿ ਸਕਦੇ ਨੇ, ਇਨੀਸ਼ੀਏਟਿਵਸ ਕਹਿ ਸਕਦੇ ਨੇ, ਐਕਸ਼ਨਸ ਕਹਿ ਸਕਦੇ ਨੇ। ਫਿਰ ਰਿਫੋਰਮੇਟਿਵ। ਰਿਫੋਰਮੇਟਿਵ ਮਤਲਬ ਕਿਸੇ ਸੁਧਾਰਾਤਮਕ, ਮਤਲਬ ਸੁਧਾਰਨ ਵਾਸਤੇ ਜਿਹੜੇ ਸਟੈਪ ਚੱਕੇ ਜਾਂਦੇ ਉਹ ਆਪਾਂ ਕਹਿ ਸਕਦੇ ਹਾਂ ਕਿ ਸੋ ਮੈਨੀ ਦੇਰ ਆਰ number of reformative measures that can be taken to ameliorate the situation. Understand? ਮੈਲਿਊਰੇਟਿੰਗ ਵਰਡ, ਮੈਲਿਊਰੇਟਿੰਗ ਸਟੈਪਸ ਵੀ ਕਹਿ ਸਕਦੇ ਹੋ ਕਿ ਸੁਧਾਰਾਤਮਕ ਸਟੈਪਸ, ਠੀਕ ਹੈ। ਐਨਵਾਇਰਮੈਂਟਲਿਸਟ ਵਰਡ ਜੋ ਯੂਜ਼ ਕਰਦੇ ਆ ਉਹਨਾਂ ਲੋਕਾਂ ਲਈ ਕਰਦੇ ਨੇ ਜਿਹੜੇ ਇਨਵਾਇਰਮੈਂਟ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਠੀਕ ਹੈ। ਔਰ ਇਸ ਨੂੰ ਕੰਜ਼ਰਵੇਸ਼ਨਿਸਟ ਵਰਡ ਵੀ ਕਹਿ ਸਕਦੇ ਹਾਂ। ਅਕੋਰਡਿੰਗ ਟੂ ਕੰਜ਼ਰਵੇਸ਼ਨਿਸਟ, people are destroying, people are using that particular stuff ਜੋ that degrades the environment, so people need to aware about this। ਇਸ ਤਰੀਕੇ environmentalist ਔਰ conservationist word use ਕਰ ਸਕਦੇ ਹਾਂ।
ਨੈਕਸਟ ਹੈ ਐਵੋਲਿਊਸ਼ਨ। ਐਵੋਲਿਊਸ਼ਨ ਹੁੰਦਾ ਕਿਸੇ ਵੀ ਚੀਜ਼ ਦਾ ਵਿਕਾਸ, ਇਹਨੂੰ ਕੀ ਕੁਝ ਕਹਿ ਸਕਦੇ ਹੋ, ਪ੍ਰੋਗਰੈਸ ਕਹਿ ਸਕਦੇ ਹੋ, ਡਿਵੈਲਪਮੈਂਟ ਕਹਿ ਸਕਦੇ ਹੋ, ਗਰੋਥ ਕਹਿ ਸਕਦੇ ਹੋ, ਇਨਹਾਂਸਮੈਂਟ ਕਹਿ ਸਕਦੇ ਹੋ। ਤਾਂ ਇਹ ਵਰਡ ਵਿਕਾਸ ਮਤਲਬ ਆਪਣੀ ਪ੍ਰੋਗਰੈਸ ਡਿਵੈਲਪਮੈਂਟ ਦੇ ਸਿਨੋਨਿਮਸ ਹੋ ਗਏ। ਅੱਗੇ ਜੇ ਆਹ ਨਾउन ਦੇ ਤੌਰ ਤੇ ਯੂਜ਼ ਕਰਨੇ ਆਪਾਂ, ਤੇ ਅੱਗੇ ਵਰਬ ਦੇ ਤੌਰ ਤੇ ਯੂਜ਼ ਕਰਨ ਵਾਸਤੇ ਇਨਵੋਲਵ, ਗਰੋ, ਪ੍ਰੋਗਰੈਸ ਔਰ ਡਿਵੈਲਪ ਵਰਡ ਯੂਜ਼ ਕਰ ਸਕਦੇ ਹੋ। ਔਰ ਇਹ ਤਾਂ ਬਹੁਤ ਹੀ ਕਾਮਨ ਵਰਡ ਨੇ, ਜ਼ਰੂਰੀ ਨਹੀਂ ਇਨਵਾਇਰਨਮੈਂਟ ਰਿਗਾਰਡਿੰਗ ਟੌਪਿਕ ਦੇ ਵਿੱਚ ਹੀ ਯੂਜ਼ ਕਰੋਗੇ, ਤੁਸੀਂ ਕਿਸੇ ਵੀ ਟੌਪਿਕ ਦੇ ਵਿੱਚ ਇਸ ਨੂੰ ਯੂਜ਼ ਕਰ ਸਕਦੇ ਹੋ। ਨੈਕਸਟ ਹੈ ਗ੍ਰੀਨ ਹਾਊਸ ਇਫੈਕਟ। ਗ੍ਰੀਨ ਹਾਊਸ ਇਫੈਕਟ ਕੀ ਹੁੰਦਾ ਹੈ, ਜੋ ਗਲੋਬਲ ਲੈਵਲ ਤੇ ਜੋ ਟੈਂਪਰੇਚਰ ਹੈ ਉਹ ਵੱਧ ਰਿਹਾ, ਉਹ ਗ੍ਰੀਨ ਹਾਊਸ ਇਫੈਕਟ ਦਾ ਹੀ ਇੱਕ ਰਿਜ਼ਲਟ ਆ। ਠੀਕ ਹੈ। ਔਰ ਗ੍ਰੀਨ ਹਾਊਸ ਗੈਸਿਸ ਕਿਹਨੂੰ ਕਹਿੰਦੇ ਨੇ, ਇਹ ਕਾਰਬਨ ਤੇ ਮਿਥੇਨ ਗੈਸਿਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਗ੍ਰੀਨ ਹਾਊਸ ਗੈਸਿਸ ਕਹਿ ਸਕਦੇ ਨੇ। ਔਰ ਗ੍ਰੀਨ ਹਾਊਸ ਗੈਸਿਸ ਇਨਕਰੀਜ਼ ਇਨ ਗ੍ਰੀਨ ਹਾਊਸ ਗੈਸਿਸ ਲੀਡ ਟੂ ਗਲੋਬਲ ਵਾਰਮਿੰਗ, ਇੱਦਾਂ ਤੁਸੀਂ ਵਰਡ ਯੂਜ਼ ਕਰ ਸਕਦੇ ਹੋ। ਠੀਕ ਹੈ। ਨੈਕਸਟ ਹੈ ਇੰਡਸਟਰੀਅਲ ਵੇਸਟ। ਇੰਡਸਟਰੀਅਲ ਵੇਸਟ ਜੋ ਆਪਾਂ ਕਹਿ ਸਕਦੇ ਹਾਂ ਕਿ ਇੰਡਸਟਰੀਜ਼ ਆਪਦੀ ਵੇਸਟ ਨੂੰ ਕੀ ਕਰਦੀਆਂ, ਰਿਵਰਸ ਦੇ ਵਿੱਚ ਜਾਂ ਵਾਟਰ ਬੋਡੀ ਦੇ ਵਿੱਚ ਸਿੱਟ ਦਿੰਦੀਆਂ, ਜਿਹਦੇ ਨਾਲ ਵਾਟਰ ਪੋਲਿਊਸ਼ਨ ਹੁੰਦਾ। ਤਾਂ ਇੰਡਸਟਰੀਅਲ ਵੇਸਟ ਵਰਡ ਯੂਜ਼ ਕਰ ਸਕਦੇ ਹੋ ਉੱਥੇ। ਸੋਲਿਡ ਵੇਸਟ ਹੁੰਦੀ ਹੈ। ਠੀਕ ਹੈ। ਪਲੂਟੈਂਟਸ, ਇਹਨਾਂ ਨੂੰ ਪਲੂਟੈਂਟਸ ਵੀ ਕਹਿ ਸਕਦੇ ਹਾਂ। ਵੇਸਟ ਨੂੰ ਕੀ ਹੋਰ ਕੀ ਕੁਝ ਕਹਿ ਸਕਦੇ ਹੋ, ਗਾਰਬੇਜ ਕਹਿ ਸਕਦੇ ਹੋ, ਰਬਿਸ਼ ਕਹਿ ਸਕਦੇ ਹੋ, ਟਰੈਸ਼ ਕਹਿ ਸਕਦੇ ਹੋ, ਅਨਵਾਂਟਡ ਮਟੀਰੀਅਲ ਕਹਿ ਸਕਦੇ ਹੋ, ਡਿਸਕਾਰਡਡ ਆਈਟਮ। ਤੇ ਇਹਦੇ ਰਿਗਾਰਡਿੰਗ ਇੱਕ ਪਰਟੀਕੂਲਰ ਟਾਸਕ ਵੀ ਹੈਗਾ, ਜਿਹਦੇ ਅਕੋਰਡਿੰਗ ਕਿਹਾ ਗਿਆ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਵੇਸਟ ਪ੍ਰੋਡਿਊਸ ਕਰ ਰਹੇ ਹਾਂ, ਤਾਂ ਇਹਦੇ ਕਾਰਨ ਕੀ ਹੈ ਜਾਂ ਇਹਦਾ ਇਫੈਕਟ ਕੀ ਪੈਂਦਾ ਹੈ ਨਾ, ਜਾਂ ਇਹਨੂੰ ਕਿਵੇਂ ਆਪਾਂ ਸੁਧਾਰ ਸਕਦੇ ਹਾਂ। ਅੱਗੇ ਮਰੀਨ ਲਾਈਫ। ਮਰੀਨ ਲਾਈਫ ਕਿਹਨੂੰ ਕਹਿੰਦੇ ਆ, ਜੋ ਪਾਣੀ ਦੇ ਅੰਦਰ ਜੀਵ ਜੰਤੂ ਹੁੰਦੇ ਆ ਉਹ ਰਹਿ ਰਹੇ ਆ, ਉਹ ਮਰੀਨ ਵਾਟਰ ਇਕੋਸਿਸਟਮ ਵੀ ਕਹਿ ਸਕਦੇ ਹੋ। ਠੀਕ ਹੈ। ਤੇ ਇੱਥੇ ਐਕੁਐਟਿਕ ਕ੍ਰੀਏਚਰਸ, ਇੱਥੇ ਮਰੀਨ ਲਾਈਫ ਮਤਲਬ ਉਹਦੇ ਪੂਰੇ ਕ੍ਰੀਏਚਰਸ, ਸੀ ਐਨੀਮਲਸ ਨੂੰ ਆਪਾਂ ਕਹਿ ਸਕਦੇ ਹਾਂ ਮਰੀਨ ਲਾਈਫ। ਐਕੁਐਟਿਕ ਕ੍ਰੀਏਚਰਸ ਵੀ ਕਹਿ ਸਕਦੇ ਹਾਂ। ਅੰਡਰ ਵਾਟਰ ਇਕੋਸਿਸਟਮ, ਯੈਸ, ਸਪੀਸੀਜ਼ ਲਿਵਿੰਗ ਇਨ ਸੀ ਔਰ ਓਸ਼ਨ। ਇਹ ਵਰਡ ਇਹ ਵੀ ਆਪਣੇ ਰਿਲੇਟਡ ਟਾਸਕ ਰਿਲੇਟਡ ਹੀ ਹੈ, ਵੀ ਆਪਾਂ ਵਾਟਰ ਪੋਲਿਊਸ਼ਨ ਨਾਲ ਰਿਗਾਰਡਿੰਗ ਕੁਛ ਆ ਗਿਆ ਤਾਂ ਉਹਦਾ ਕੀ ਇੰਪੈਕਟ ਪੈਂਦਾ ਹੈ ਓਸ਼ਨਸ ਤੇ, ਓਸ਼ਨ ਦੇ ਇਕੋਲੋਜੀ ਸਿਸਟਮ ਤੇ। ਠੀਕ ਹੈ। ਪੋਲਰ ਆਈਸ ਕੈਪ। ਦਾ ਪੋਲਰ ਆਈਸ ਕੈਪ ਕਿਹਨੂੰ ਕਹਿੰਦੇ ਆ, ਗਲੇਸ਼ੀਅਰਸ ਨੂੰ ਕਹਿ ਦਿੰਦੇ ਨੇ। ਮਤਲਬ ਗਲੇਸ਼ੀਅਰਸ ਪਿਘਲ ਰਹੇ ਨੇ, ਆਪਾਂ ਕਹਿ ਸਕਦੇ ਹਾਂ ਦਾ ਪੋਲਰ ਆਈਸ ਕੈਪ ਇਜ਼ ਮੈਲਟਿੰਗ, so which is leading to so many catastrophic impact on human, because it leads to flooding, tsunamis and all. ठीक है। places covered with snow भी word use कर सकते हैं थां पे। depletion of ozone layer, हाँ ये भी एक ਕੀ ਹੈ ਪਰਟੀਕੂਲਰ ਟਰਮ ਹੈ ਜੋ ਆਪਣੇ ਟਾਸਕ ਦੇ ਵਿੱਚ ਯੂਜ਼ ਹੋ ਸਕਦੀ ਹੈ, ਕਿ ਓਜ਼ੋਨ ਲੇਅਰ ਦਾ ਡਿਪਲੇਸ਼ਨ ਹੋ ਰਿਹਾ ਹੈ ਕਿਉਂਕਿ ਆਪਾਂ ਗੈਸਿਸ ਜੋ ਹੈ ਬਹੁਤ ਜ਼ਿਆਦਾ ਰਿਲੀਜ਼ ਕਰ ਰਹੇ ਹਾਂ, ਪੋਇਜ਼ਨਸ ਗੈਸਿਸ। ਠੀਕ ਹੈ। 3 R's ਕੀ ਹੁੰਦੇ ਨੇ, ਕਿ ਲੋਕਾਂ ਨੂੰ ਅਵੇਅਰ ਕੀਤਾ ਜਾਣਾ ਚਾਹੀਦਾ ਹੈ ਕਿ ਉਹ 3 R ਨੂੰ ਅਡੋਪਟ ਕਰਨ ਆਪਦੀ ਲਾਈਫ ਦੇ ਵਿੱਚ। 3 R ਕੀ ਹੁੰਦਾ, ਰਿਡਿਊਸ, ਰੀਯੂਜ਼, ਰੀਸਾਈਕਲ। ਇੱਥੇ ਵਰਡ ਯੂਜ਼ ਕਰ ਸਕਦੇ ਹਾਂ ਇਨਵਾਇਰਮੈਂਟਲਿਸਟ ਆਰ encouraging people to adopt the 3 R's formula। ठीक है। 3 R's formula मतलब ਘਟਾਉਣਾ, ਯੂਜ਼ ਘਟਾਉਣਾ ਕਿਸੇ ਚੀਜ਼ ਦਾ, ਯੂਜ਼ ਰੀਯੂਜ਼ ਦੁਬਾਰਾ ਤੋਂ ਯੂਜ਼ ਕਰਨਾ, ਰੀਸਾਈਕਲ ਕਰਨਾ। ਠੀਕ ਹੈ। ਨੈਕਸਟ ਵਰਡ ਹੈ ਆਪਣਾ ਰੇਡੀਓ, ਨਿਊਕਲੀਅਰ ਰੇਡੀਏਸ਼ਨ। ਕਈ ਵਾਰ ਨਿਊਕਲੀਅਰ ਨਾਲ ਰਿਗਾਰਡਿੰਗ ਆਪਣਾ ਟਾਸਕ ਆ ਜਾਂਦਾ, ਤਾਂ ਨਿਊਕਲੀਅਰ ਰੇਡੀਏਸ਼ਨ ਹੁੰਦਾ ਹੈ ਜੋ ਵੀ ਉਹਦਾ ਰॉ ਮਟੀਰੀਅਲ ਹੁੰਦਾ ਉਹ ਰੇਡੀਏਸ਼ਨ ਛੱਡਦਾ, ਤੇ ਜੋ ਕਿ ਹਿਊਮਨ ਬਾਡੀ ਲਈ, ਹਿਊਮਨ ਸਕਿਨ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੇ ਆ, ਔਰ ਇਹ ਪੂਰੇ ਏਰੀਆ ਲਈ ਬਹੁਤ ਖਰਾਬ ਹੁੰਦੇ ਆ। ਠੀਕ ਹੈ। ਰੇਡੀਓ ਐਕਟਿਵ ਮਟੀਰੀਅਲ ਕੀ ਹੁੰਦਾ, ਜਿਹੜਾ ਨਿਊਕਲੀਅਰ ਜੋ ਰॉ ਮਟੀਰੀਅਲ ਹੈ ਜਾਂ ਨਿਊਕਲੀਅਰ ਐਸ਼ਿਜ਼ ਹੈ, ਉਹ ਰੇਡੀਓ ਐਕਟਿਵ ਮਟੀਰੀਅਲ ਕਹਿ ਸਕਦੇ ਹੋ ਤੁਸੀਂ। ਠੀਕ ਹੈ। ਉਹਦਾ ਨੈਗੇਟਿਵ ਇੰਪੈਕਟ ਹੁੰਦਾ ਪੂਰੇ ਇਨਵਾਇਰਮੈਂਟ ਤੇ, ਪੂਰੇ ਹਿਊਮਨਸ ਲਈ ਵੀ ਬਹੁਤ ਖਤਰਨਾਕ ਹੈ। ਤੁਸੀਂ ਉਸ ਦੇ ਅਗਰ ਟੱਚ 'ਚ ਆਉਂਦੇ ਹੋ ਤਾਂ ਤੁਹਾਨੂੰ ਸਕਿਨ ਕੈਂਸਰ ਵਗੈਰਾ ਦੀ ਪ੍ਰੋਬਲਮਸ ਹੋ ਸਕਦੀਆਂ। ਸੈਪਰੇਸ਼ਨ ਆਫ ਵੇਸਟ, ਇਹ ਇੱਕ ਮਤਲਬ ਵੇਸਟ ਮੈਨੇਜਮੈਂਟ ਵਾਸਤੇ ਯੂਜ਼ ਕਰ ਸਕਦੇ ਹੋ, ਕਿ ਸੈਪਰੇਸ਼ਨ ਮਤਲਬ ਅਲੱਗ-ਅਲੱਗ ਸੈਗਰੀਗੇਟ ਕਰਨਾ ਟਰੈਸ਼ ਨੂੰ, ਵੀ ਸੁੱਕਾ ਕੂੜਾ, ਗਿੱਲਾ ਕੂੜਾ ਅਲੱਗ-ਅਲੱਗ ਹੈ ਨਾ, ਡਰਾਈ ਐਂਡ ਜਾਂ ਕਹਿ ਸਕਦੇ ਹੋ ਕਿ ਨੋਨ ਡਿਕੇਇੰਗ ਔਰ ਡਿਕੇਇੰਗ ਜੋ ਵੇਸਟ ਹੈ ਉਹਨੂੰ ਸੈਗਰੀਗੇਟ ਕਰਨਾ ਜਾਂ ਸੈਪਰੇਟ ਕਰਨਾ। ਠੀਕ ਹੈ। ਵੇਸਟ ਮੈਨੇਜਮੈਂਟ ਵਾਸਤੇ ਯੂਜ਼ ਕਰ। ਅਰਬਨਾਈਜੇਸ਼ਨ ਵਰਡ, ਸ਼ਹਿਰੀਕਰਨ। ਠੀਕ ਹੈ। ਓਵਰ ਪਾਪੂਲੇਸ਼ਨ ਇੱਕ ਵੀ ਕਾਰਨ ਨੇ ਕਾਹਦੇ, ਇਨਵਾਇਰਮੈਂਟਲ ਡਿਗਰੇਡੇਸ਼ਨ ਦੇ, ਅਰਬਨਾਈਜੇਸ਼ਨ ਤੇ ਓਵਰ ਪਾਪੂਲੇਸ਼ਨ। ਠੀਕ ਹੈ। ਟ੍ਰੈਫਿਕ ਕੰਜੈਸ਼ਨ ਨੂੰ ਕੀ ਕੁਛ ਕਹਿ ਸਕਦੇ ਹੋ, ਮੈਸਿਵ ਯੂਜ਼ ਆਫ ਵਹੀਕਲਸ ਕਰਕੇ। ਜੈਮਸ ਵਰਡ ਯੂਜ਼ ਕਰ ਸਕਦੇ ਹੋ। ਠੀਕ ਹੈ। ਬੋਟਲ ਨੈਕ ਕੰਜੈਸ਼ਨ ਕਹਿ ਸਕਦੇ ਹੋ। ਠੀਕ ਹੈ। ਐਨਕਰੇਜ ਕਰਨਾ, ਲੋਕਾਂ ਨੂੰ ਐਨਕਰੇਜ ਕਰਨਾ ਚਾਹੀਦਾ ਹੈ, ਮੋਟੀਵੇਟ ਕਰਨਾ ਚਾਹੀਦਾ, ਅਰਜ ਕਰਨਾ, ਪਲੀਡ ਕਰਨਾ ਵੀ ਕਹਿ ਸਕਦੇ ਹੋ, ਪਰਸੂਏਡ ਔਰ ਕਨਵਿੰਸ ਵਰਡ ਵੀ ਯੂਜ਼ ਕਰ ਸਕਦੇ ਹੋ। ਠੀਕ ਹੈ। ਵੀ ਲੋਕਾਂ ਨੂੰ ਕਨਵਿੰਸ ਕਰਨਾ ਚਾਹੀਦਾ ਕਿ ਦੇ ਸ਼ੁੱਡ ਯੂਜ਼ 3
या दे शुड अडॉप्ट 3 R's फार्मूला इन देयर लाइफ, है ना, परसुएड करना, उन्होंने मनाना, कन्विंस करना। नैक्सट है किमें कर सकते हैं, सैमीनार ला के, कैंपिंग ला के, ठीक है। फिर क्रिएट अवेयरनेस, लोगों को अवेयर करना, किमें क्रिएट करनी है अवेयरनेस, एजुकेट करना वर्ड यूज़ कर सकते हो इत्थे, क्रिएट एनलाइटन द पीपल, एनलाइट वर्ड भी यूज़ कर सकते हो, ENLIGHTEN, वी नीड टू एनलाइटन द पीपल, ये होंगे क्रिएटिंग अवेयरनेस, ठीक है, एजुकेट करना। कार पुलिंग ते एक इत्थे कार शेयरिंग वर्ड यूज हो सकता है, ठीक है, कार शेयरिंग वास्ते लोगों को आप प्रमोट कर सकते हैं कि कार पुलिंग एक टर्म है भी जिहदे भी जे 4 बंदे ਇੱਕੋ जगह ਤੇ ਇੱਕੋ फैक्ट्री च काम करते हैं, ਇੱਕੋ कंपनी ਦੇ ਵਿੱਚ काम करते हैं, तो वो कार शेयर करके जान, कार पुलिंग कार शेयरिंग दोनों सेम टर्म ਵਿੱਚ यूज होंगे हैं। नैक्सट है मेक एफर्ट्स, मेक एफर्ट्स मतलब एफर्ट्स करना, इत्थे एक वर्ड जो लुकिया हुआ है वो एंडेवर है, ENDEAVOR, एंडेवर, ठीक है, मेक एफर्ट्स या एंडेवर, एंडेवर का मतलब होंगे, सॉरी ये लिखा सही नहीं गया, ENDEAVOR, एंडेवर करना मतलब कोशिश करना, ठीक है। इंपोज फाइन, ये पेनल्टी हो सकती है ना, लेवी लेवी टैक्स वर्ड यूज़ कर सकते हो, इंपोज फाइन वर्ड यूज़ कर सकते हो, ठीक है। तो ये ਜਿਹੜੀਆਂ ਚੀਜ਼ਾਂ ਹੈ ਤੁਸੀਂ ਇਹ वर्ड काफ़ी यूजफुल ने ਤੁਹਾਡੇ ਲਈ, ਤੁਹਾਡੇ टास्क 2 ਦੇ ਵਿੱਚ यूज़ होणगे। ਤਾਂ I hope I am able to make you understand how you can use these words. Thank you.